ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਭੀੜ ਪੈਣ ਦੇ ਉੱਤੇ ਦਸਵੰਤ ਦੇ ਕੀ ਚਮਤਕਾਰ ਵਰਤਦੇ ਆ, ਇਸ ਦੀ ਇੱਕ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਦਸਵੰਤ ਦੇਣਾ ਕਿਉਂ ਜ਼ਰੂਰੀ ਆ, ਇਹਦੇ ਪਿੱਛੇ ਬੜੇ ਭੇਤ ਛੁਪੇ ਆ। ਕਿਉਂਕਿ ਦਸਵੰਤ ਤਾਂ ਗੁਰੂ ਹਰ ਹਾਲਤ ਦੇ ਵਿੱਚ ਹਾਸਲ ਕਰ ਹੀ ਲੈਂਦਾ ਹੈਗਾ। ਚਾਹੇ ਉਹ ਦਸਵੰਤ ਜਿਹੜਾ ਅਸੀਂ ਨਹੀਂ ਕੱਢਦੇ, ਉਹ ਬਾਕੀ ਵੀ ਸਾਡੀ ਜਿਹੜੀ ਮਾਇਆ ਮਿਹਨਤ ਦੀ ਆ ਨਾ, ਉਹ ਵੀ ਆਪਣੇ ਨਾਲ ਲੈ ਕੇ ਉਹ ਡੋਬ ਦਿੰਦਾ ਹੈਗਾ। ਬਾਬਾ ਨੰਸੋ ਹੁਣਾਂ ਦੇ ਵਚਨ ਵਾ ਕਿ ਜਿਹੜੇ ਪ੍ਰੇਮੀ ਦਸਵੰਤ ਨਹੀਂ ਕੱਢਦੇ, ਫਿਰ ਉਹਨਾਂ ਦੀ ਮਾਇਆ ਕੋਰਟ ਕਚਹਿਰੀਆਂ, ਹੌਸਪੀਟਲਾਂ ਵਿੱਚ ਜਾਂ ਹੋਰ ਜਿਹੜੇ ਨਿਕੰਮੇ ਕਾਰਜ ਆ ਉਹਨਾਂ ਦੇ ਵਿੱਚ ਖਰਚ ਹੋ ਜਾਂਦੀ ਆ। ਸੋ ਜਦੋਂ ਆਦਮੀ ਦਸਵੰਤ ਨਹੀਂ ਕਰਦਾ, ਪਰ ਜਦ ਭੀੜ ਪੈਂਦੀ ਆ ਫਿਰ ਉਹਨੂੰ ਦਸਵੰਤ ਦੇ ਪਿੱਛੇ ਛੁਪੇ ਭੇਦ ਪਤਾ ਲੱਗਦਾ ਹੈਗਾ। ਜਿਵੇਂ ਇੱਕ ਵਾਰ ਹੈ ਨਾ, ਬਾਬਾ ਰਣਧੀਰ ਸਿੰਘ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਉਹਨਾਂ ਦੇ ਭਤੀਜਾ ਜੀ ਲੱਗਦੇ ਸੀਗੇ। ਇਹ ਜਿਹੜੇ ਭਤੀਜਾ ਸੀ ਜਦ ਸਮਾਂ ਸੀਗਾ ਉਹਨਾਂ ਟਾਈਮਾਂ ਦੇ ਵਿੱਚ, ਜਦੋਂ ਕੁਛ ਹੋਰ ਅਵਸਥਾ ਦੇ ਵਿੱਚ ਹੋਏ ਸੀ, ਅਤੇ ਉਹ ਉਹਨਾਂ ਟਾਈਮਾਂ 'ਚ ਚਾਈਨਾ ਗਏ ਸੀ। ਉੱਥੇ ਜਾ ਕੇ ਇਹਨਾਂ ਨੇ ਬੜੀ ਮਿਹਨਤ ਕੀਤੀ, ਬੜੀ ਕਮਾਈ ਕੀਤੀ, ਬੜਾ ਪੈਸਾ ਲਿਆਂਦਾ। ਜਦ ਪੈਸਾ ਲਿਆਂਦਾ, ਚਲੋ ਖੈਰ ਪੈਸਾ ਜਿਹੜਾ ਉਹ ਆਪਣੇ ਘਰ ਰੱਖਿਆ। ਉਸ ਤੋਂ ਬਾਅਦ ਦੱਸਦੇ ਆ ਕਿ ਇਹਨਾਂ ਦੇ ਫਿਰ ਭਤੀਜਾ ਜਿਹੜੇ ਸੀ ਸਮਾਂ ਪਾ ਕੇ ਬਿਮਾਰ ਹੋਏ। ਬਿਮਾਰ ਵੀ ਐਸੇ ਹੋਏ ਕਿ ਇਹਨਾਂ ਦਾ ਘਰਦਿਆਂ ਨੇ ਇਲਾਜ ਬੜਾ ਕਰਾਇਆ, ਪਰ ਕਿਸੇ ਪਾਸਿਓਂ ਕੋਈ ਆਰਾਮ ਨਹੀਂ ਆਇਆ। ਡਾਕਟਰਾਂ ਨੇ ਜਵਾਬ ਦੇ ਦਿੱਤੇ। ਅਖੀਰ ਭਾਈ ਸਾਹਿਬ ਉਹਨਾਂ ਦੇ ਪਾਸ ਇਹਨਾਂ ਪਰਿਵਾਰ ਨੇ ਬੇਨਤੀ ਕੀਤੀ। ਜਦ ਬੇਨਤੀ ਕੀਤੀ ਤਾਂ ਭਾਈ ਸਾਹਿਬ ਕਹਿਣ ਲੱਗੇ ਵੀ ਚਲੋ ਠੀਕ ਆ, ਮੈਂ ਆਪ ਜੀ ਦੇ ਪਾਸ ਆਉਂਦਾ ਹੈਗਾ। ਅਤੇ ਜਦੋਂ ਭਾਈ ਸਾਹਿਬ ਬਾਬਾ ਰਣਧੀਰ ਸਿੰਘ ਜੀ ਪਹੁੰਚੇ ਸੀ ਅਤੇ ਬਾਬਾ ਰਣਧੀਰ ਸਿੰਘ ਨੇ ਉਹਦਾ ਚਿਹਰਾ ਦੇਖ ਕੇ ਇਹ ਆਖਿਆ, ਤੂੰ ਸਾਨੂੰ ਪਹਿਲਾਂ ਇਹ ਦੱਸ ਵੀ ਤੂੰ ਜਿੰਨੀ ਕਮਾਈ ਕੀਤੀ ਆ ਚਾਈਨਾ ਜਾ ਕੇ, ਤੂੰ ਦਸਵੰਧ ਕਿੰਨਾ ਕੁ ਕੱਢਿਆ ਹੈਗਾ। ਫਿਰ ਉਹ ਕਹਿਣ ਲੱਗੇ, ਜੀ ਮੈਂ ਦਸਵੰਧ ਤਾਂ ਕੋਈ ਨਹੀਂ ਕੱਢਿਆ ਹੈਗਾ। ਹਾਂ, ਕਮਾਈ ਬਹੁਤ ਕੀਤੀ ਹੈ, ਪੈਸਾ ਬਹੁਤ ਜੋੜਿਆ ਸੀਗਾ, ਪਰ ਇਹ ਦਸਵੰਧ ਕੱਢਣਾ ਕੀ ਜ਼ਰੂਰੀ ਹੈਗਾ। ਅਤੇ ਜਦ ਇੰਨੀ ਗੱਲ ਹੋਈ ਤਾਂ ਫਿਰ ਬਾਬਾ ਰਣਧੀਰ ਸਿੰਘ ਨੇ ਕਿਹਾ ਕਿ ਇਹ ਦਸਵੰਧ ਨਾ ਕੱਢਣ ਦੀ ਸੂਰਤ ਵਿੱਚ ਤੈਨੂੰ ਹੁਣ ਬਿਮਾਰੀ ਨੇ ਘੇਰਿਆ ਹੈਗਾ। ਜਿਹੜਾ ਪੈਸਾ ਤੂੰ ਦਸਵੰਧ ਦਾ ਆਪਣੇ ਚਿੱਤੋਂ ਕੰਜੂਸੀ ਕਰਕੇ ਜੋੜਿਆ ਸੀ ਇਹ ਦਸਵੰਧ ਦਾ ਪੈਸਾ ਕਈ ਗੁਣਾ ਹੋ ਕੇ ਤੇਰੀ ਹੁਣ ਬਿਮਾਰੀ 'ਤੇ ਖਰਚ ਹੋਊਗਾ। ਜਦ ਫਿਰ ਇੰਨੀ ਗੱਲ ਹੋਈ ਸੀ, ਫਿਰ ਸਾਰਾ ਪਰਿਵਾਰ ਉਹ ਡਰਿਆ ਸੀਗਾ। ਤਾਂ ਫਿਰ ਉਹਨੇ ਕਿਹਾ, ਜੀ ਤੁਸੀਂ ਇਸ ਤਰ੍ਹਾਂ ਕਰੋ ਵੀ ਸਾਡੇ ਇੱਕ ਨਿਮਿਤ ਅਖੰਡ ਪਾਠ ਸਾਹਿਬ ਕਰਾ ਦਿਓ। ਫਿਰ ਭਾਈ ਰਣਧੀਰ ਸਿੰਘ ਉਹਨਾਂ ਨੇ ਕਿਹਾ ਸੀਗਾ, ਕਹਿੰਦੇ ਵੀ ਅਖੰਡ ਪਾਠ ਤਾਂ ਅਸੀਂ ਕਰਾ ਦਿਆਂਗੇ, ਪਰ ਅਖੰਡ ਪਾਠ ਦੀ ਇੱਕ ਮਰਜ਼ਾਦਾ ਹੈਗੀ, ਇੱਕ ਸ਼ਰਤ ਹੈਗੀ। ਫਿਰ ਪਰਿਵਾਰ ਕਹਿਣ ਲੱਗਾ ਕਿ ਦੱਸੋ। ਅਤੇ ਭਾਈ ਸਾਹਿਬ ਉਹਨਾਂ ਨੇ ਕਿਹਾ ਸੀਗਾ ਕਿ ਜਿੰਨਾ ਵੀ ਦਸਵੰਧ ਬਣਦਾ ਜਦੋਂ ਦੀ ਤੁਸੀਂ ਨੌਕਰੀ ਕਰਦੇ ਉਹਨਾਂ ਟਾਈਮਾਂ 'ਚ, ਸਾਰਾ ਦਸਵੰਧ ਇੱਕ ਕੌਡੀ ਸਾਰਾ ਇਕੱਠਾ ਕਰਕੇ ਹਜ਼ੂਰ ਸਾਹਿਬ ਭੇਜੋ। ਅਗਰ ਤੁਹਾਨੂੰ ਸਾਡੀ ਇਹ ਜਿਹੜੀ ਵਿਚਾਰ ਗੱਲ, ਨਿਯਮ ਕਾਨੂੰਨ ਸ਼ਰਤ ਮਨਜ਼ੂਰ ਵਾ, ਅਤੇ ਫਿਰ ਅਸੀਂ ਤੁਹਾਡਾ ਅਖੰਡ ਪਾਠ ਕਰਨਾ, ਲੇਕਿਨ ਅਸੀਂ ਨਹੀਂ ਕਰਨਾ ਹੈਗਾ। ਫਿਰ ਦੇਖੋ ਉਸ ਟਾਈਮ ਜਿਹੜਾ ਫਸਿਆ ਵਿਅਕਤੀ ਕੀ ਕਰ ਸਕਦਾ ਹੈ। ਦੱਸਦੇ ਆ ਵੀ ਉਸ ਟਾਈਮ ਫਿਰ ਸਾਰੇ ਪਰਿਵਾਰ ਨੇ ਕਾਪੀ 'ਤੇ ਹਿਸਾਬ ਲਾਇਆ ਕਿ ਜਦੋਂ ਦਾ ਉਹ ਚਾਈਨਾ ਗਿਆ ਸੀਗਾ, ਉਸ ਤੋਂ ਬਾਅਦ ਪਹਿਲੀ ਜਿਹੜੀ ਉਹਨੇ ਕਮਾਈ ਤਨਖਾਹ ਲਈ ਸੀ, ਉਹਦਾ ਦਸਵੰਧ ਜੋੜਿਆ। ਕਰਦੇ ਕਰਦੇ ਸਾਰੇ ਸਾਲਾਂ ਦਾ ਦਸਵੰਧ ਜੋੜ ਕੇ ਫਿਰ ਇੱਕ ਮੋਟੀ ਰਕਮ ਬਣੀ ਸੀ। ਉਹ ਫਿਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਉਹਨਾਂ ਨੂੰ ਪੇਸ਼ ਕੀਤੀ ਸੀ। ਫਿਰ ਇਹਨਾਂ ਨੇ ਜਿਹੜੇ ਸੀ ਕੁਛ ਸਿੰਘ ਭੇਜੇ ਸੀਗੇ, ਉਹ ਫਿਰ ਰਕਮ ਜਿਹੜੀ ਸੀ ਉਹ ਹਜ਼ੂਰ ਸਾਹਿਬ ਗੁਰੂ ਕੇ ਲੰਗਰਾਂ ਦੇ ਵਿੱਚ ਭੇਜੀ ਸੀ। ਜਦੋਂ ਭੇਜੀ ਸੀ, ਉਸ ਤੋਂ ਬਾਅਦ ਫਿਰ ਬਾਬਾ ਰਣਧੀਰ ਸਿੰਘ ਉਹਨਾਂ ਨੇ ਅਖੰਡ ਪਾਠ ਸਾਹਿਬ ਕੀਤਾ ਸੀਗਾ। ਜਦ ਅਖੰਡ ਪਾਠ ਸਾਹਿਬ ਕੀਤਾ, ਅਖੀਰ ਫਿਰ ਅਰਦਾਸ ਕੀਤੀ ਇਹਨਾਂ ਦੀ ਸਰੀਰਕ ਤੰਦਰੁਸਤੀ ਵਾਸਤੇ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਜਿਹੜੇ ਭਤੀਜੇ ਸੀਗੇ ਉਹ 9/9 ਹੋ ਗਏ ਸੀਗੇ, ਅਤੇ ਕਾਫੀ ਲੰਮੀ ਉਮਰ ਭੋਗ ਕੇ ਫਿਰ ਉਹ ਸਵਰਗਵਾਸ ਹੋਏ ਸੀ। ਉਸ ਤੋਂ ਬਾਅਦ ਜ਼ਿੰਦਗੀ ਵਿੱਚ ਉਹਨਾਂ ਨੂੰ ਕਦੀ ਕੋਈ ਸਰੀਰਕ ਕਸ਼ਟ ਨਹੀਂ ਸੀ ਹੋਇਆ, ਕੋਈ ਬਿਮਾਰੀ ਨਹੀਂ ਸੀ ਹੋਈ। ਫਿਰ ਉਹਨੂੰ ਪਤਾ ਲੱਗਾ ਕਿ ਜਿਹੜਾ ਦਸਵੰਧ ਦੇ ਪਿੱਛੇ ਛੁਪੇ ਭੇਦ ਇਹਦਾ ਕਾਰਨ ਕੀ ਹੈਗਾ। ਇਸੇ ਤਰ੍ਹਾਂ ਇੱਕ ਮਹਾਂਪੁਰਖ ਦੱਸਦੇ ਸੀਗੇ, ਕਹਿੰਦੇ ਇੱਕ ਸੱਜਣ ਸਾਡੇ ਪਾਸ ਆਏ। ਉਹ ਸਾਨੂੰ ਕਹਿਣ ਲੱਗੇ ਕਿ ਤੁਸੀਂ ਸਾਡੇ ਘਰ ਜ਼ਰੂਰ ਚੱਲੋ। ਕਹਿੰਦੇ ਵੀ ਮੈਂ ਕਿਹਾ ਚਲੋ ਠੀਕ ਆ। ਕਹਿੰਦੇ ਉਹ ਸਾਨੂੰ ਜਿਹੜੇ ਸੀ ਉਹ ਮੱਲੋ ਮੱਲੀ ਬਹੁਤ ਤਰਲੇ ਕਰਕੇ ਆਪਣੇ ਘਰ ਲੈ ਗਏ। ਜਦ ਕਹਿੰਦੇ ਅਸੀਂ ਘਰ ਗਏ ਤਾਂ ਜਿਹੜੇ ਘਰ ਦੇ ਮੁਖੀ ਸੱਜਣ ਸੀਗੇ ਕਹਿੰਦੇ ਉਹ ਮੰਜੇ 'ਤੇ ਬੈਠੇ ਸੀਗੇ, ਪਰ ਕਹਿੰਦੇ ਜਦੋਂ ਅਸੀਂ ਉਹਨਾਂ ਦੇ ਕਮਰੇ 'ਚ ਪਹੁੰਚੇ, ਉਹਨਾਂ ਨੇ ਸਾਨੂੰ ਉੱਠ ਕੇ ਫਤਿਹ ਨਹੀਂ ਬੁਲਾਈ। ਕਹਿੰਦੇ ਵੀ ਮੇਰੇ ਮਨ ਦੇ ਵਿੱਚ ਹੋਇਆ ਵੀ ਇਹ ਸੱਜਣ ਮੰਜੇ 'ਤੇ ਬੈਠੇ ਆ, ਅਤੇ ਇਹ ਮੰਜੇ 'ਤੇ ਬੈਠੇ ਹੀ ਇਹਨਾਂ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਤੀ ਆ। ਲੇਕਿਨ ਇਹ ਬਣਦਾ ਹੁੰਦਾ ਜਿਹੜਾ ਬੰਦਾ ਸਿਆਣਾ ਹੋਵੇ ਕਿ ਕੋਈ ਵੀ ਘਰ ਦੇ ਵਿੱਚ ਮਹਿਮਾਨ ਆਵੇ ਉਹਨੂੰ ਉੱਠ ਕੇ ਫਤਿਹ ਬੁਲਾਈ ਦੀ ਆ, ਪਰ ਇਹ ਸੱਜਣ ਤਾਂ ਮੰਜੇ 'ਤੇ ਬੈਠੇ ਆ। ਕਹਿੰਦੇ ਫਿਰ ਮੈਂ ਘਰਦਿਆਂ ਨੂੰ ਪੁੱਛਿਆ, ਮੈਂ ਕਿਹਾ ਵੀ ਕੀ ਗੱਲ ਵਾ, ਇਹ ਮੰਜੇ ਤੋਂ ਖੜ੍ਹੇ ਨਹੀਂ ਹੋ ਸਕਦੇ। ਫਿਰ ਕਹਿੰਦੇ ਘਰਦੇ ਕਹਿਣ ਲੱਗੇ, ਜੀ ਅਸੀਂ ਤੁਹਾਨੂੰ ਹੁਣੇ ਦੱਸਦੇ ਹਾਂ। ਅਤੇ ਉਹਨਾਂ ਘਰਦਿਆਂ ਨੇ ਕੀ ਕੀਤਾ, ਉਹ ਸੱਜਣ ਦੀਆਂ ਜਿਹੜੀਆਂ ਲੱਤਾਂ ਸੀਗੀਆਂ ਮੰਜੇ 'ਤੇ ਬੈਠੀਆਂ ਥੱਲੇ ਲਮਕਾਈਆਂ ਹੋਈਆਂ, ਉਹ ਤੋਂ ਜਦ
ਚਾਦਰ ਚੱਕੀ ਤਾਂ ਕਹਿੰਦੇ ਵੀ ਅਸੀਂ ਦੰਗ ਰਹਿ ਗਏ। ਤੇ ਉਹ ਕੀ ਦੇਖਿਆ ਕਿ ਉਸ ਸੱਜਣ ਨੂੰ ਬੜਾ ਭਿਆਨਕ ਬਿਮਾਰੀ ਨੇ ਘੇਰਿਆ ਹੋਇਆ ਸੀਗਾ, ਅਤੇ ਉਹਦੇ ਸਰੀਰ ਦਾ ਜਿੰਨਾ ਮਾਸ ਸੀਗਾ ਹਨ ਹੇਠਾਂ ਤੋਂ ਲੈ ਕੇ ਉੱਪਰ ਤੱਕ, ਉਹਨਾਂ ਸਾਰੇ ਮਾਸ ਦੇ ਵਿੱਚ ਕਹਿੰਦੇ ਵੀ ਤਕਰੀਬਨ 1-1 ਇੰਚੀ 1.5 ਇੰਚੀ ਦੇ ਡੂੰਘ ਸੀਗੇ। ਕਹਿੰਦੇ ਵੀ ਇਹਨਾਂ ਨੂੰ ਆਹ ਬਿਮਾਰੀ ਹੈਗੀ ਆ, ਜਿਸ ਕਰਕੇ ਉੱਠ ਨਹੀਂ ਸਕਦੇ, ਸਾਰਾ ਰਾਤ ਇਸੇ ਬਿਮਾਰੀ ਦੀ ਇਹਨਾਂ ਨੂੰ ਤਕਲੀਫ ਰਹਿੰਦੀ ਆ, ਅਤੇ ਇਹ ਦਿਨ ਰਾਤ ਸੌਂਦੇ ਨੇਗੇ, ਦਰਦ ਦੇ ਨਾਲ ਹਮੇਸ਼ਾ ਤੜਫਦੇ ਰਹਿੰਦੇ ਆ ਅਤੇ ਸੌਂ ਨਹੀਂ ਸਕਦੇ ਹੈ। ਐਸੀ ਭਿਆਨਕ ਬਿਮਾਰੀ ਆ। ਫਿਰ ਕਹਿੰਦੇ ਵੀ ਉਸ ਪਰਿਵਾਰ ਨੇ ਸਾਨੂੰ ਦੱਸਿਆ ਵੀ ਅਸੀਂ ਕੋਈ ਐਸਾ ਡਾਕਟਰ ਨਹੀਂ ਜਿਹੜਾ ਤੋਂ ਨਾ ਇਲਾਜ ਕਰਾਇਆ ਹੋਵੇ, ਪਰ ਕਿਸੇ ਵੀ ਡਾਕਟਰ ਤੋਂ ਕਹਿੰਦੇ ਵੀ ਇਹਨਾਂ ਦੇ ਸਰੀਰ ਨੂੰ ਆਰਾਮ ਨਹੀਂ ਆਇਆ। ਕਿਉਂਕਿ ਡਾਕਟਰ ਨੂੰ ਇਹ ਬਿਮਾਰੀ ਸਮਝ ਨਹੀਂ ਆਈ। ਸਾਰੇ ਡਾਕਟਰ ਹੈਰਾਨ ਆ ਵੀ ਬਿਮਾਰੀਆਂ ਤਾਂ ਬਹੁਤ ਹੋਈਆਂ, ਪਰ ਸਰੀਰ ਦੇ ਮਾਸ ਦੇ ਵਿੱਚ ਪਏ ਥਾਂ ਥਾਂ 'ਤੇ ਡੋਂਗ, ਕਹਿੰਦੇ ਵੀ ਇਹ ਬਿਮਾਰੀ ਸਮਝ ਨਹੀਂ ਆਈ ਵੀ ਇਹ ਨਵੀਂ ਬਿਮਾਰੀ ਕਿਹੜੀ ਹੈਗੀ ਆ। ਭਾਈ ਸਾਹਿਬ ਕਹਿੰਦੇ ਵੀ ਜਦੋਂ ਅਸੀਂ ਉਹਨਾਂ ਦੀ ਨਾ ਬਿਮਾਰੀ ਦੇਖੀ ਸੀ, ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਚੁੱਪ ਕਰ ਗਏ। ਫਿਰ ਕਹਿੰਦੇ ਵੀ ਸਾਡੇ ਮਨ ਦੇ ਵਿੱਚ ਇੱਕ ਫੁਰਨਾ ਵਿਚਾਰ ਆਇਆ। ਕਹਿੰਦੇ ਅਸੀਂ ਉਸ ਪਰਿਵਾਰ ਨੂੰ ਕਿਹਾ, ਮੈਂ ਕਿਹਾ ਵੀ ਇਹ ਦੱਸੋ ਵੀ ਤੁਸੀਂ ਸਾਰਾ ਪਰਿਵਾਰ ਕੰਮ ਕਰ ਕੀ ਕਰਨਾ ਹੈਗਾ। ਜਦ ਕਹਿੰਦੇ ਇੰਨੀ ਗੱਲ ਹੋਈ, ਸਾਰੇ ਪਰਿਵਾਰ ਕਹਿਣ ਲੱਗੇ ਵੀ ਸਾਡੇ ਹੈ ਨਾ ਇੱਕ ਵੱਡੀ ਕਰਿਆਨੇ ਦੀ ਦੁਕਾਨ ਹੈਗੀ, ਕਰਿਆਨਾ ਸਟੋਰ ਹੈਗਾ। ਕਹਿੰਦੇ ਮੈਂ ਕਿਹਾ ਅੱਛਾ, ਅਗਰ ਤੁਹਾਡੇ ਪਾਸ ਵੱਡਾ ਕਰਿਆਨਾ ਸਟੋਰ ਹੈਗਾ ਅਤੇ ਤੁਹਾਡੀ ਫਿਰ ਗਾਹਕੀ ਕਿੰਨੀ ਕੁ ਉਸ 'ਤੇ। ਕਹਿੰਦੇ ਉਹ ਸੱਜਣ ਕਹਿਣ ਲੱਗੇ ਤੁਹਾਨੂੰ ਕੀ ਦੱਸੀਏ, ਜਦੋਂ ਅਸੀਂ ਸਵੇਰ ਨੂੰ ਦੁਕਾਨ ਖੋਲ੍ਹਦੇ ਹਾਂ ਅਤੇ 10-15 ਗਾਹਕ ਪਹਿਲਾਂ ਹੀ ਦੁਕਾਨ ਖੋਲ੍ਹਣ 'ਤੇ ਖੜ੍ਹੇ ਹੁੰਦੇ ਆ, ਅਤੇ ਫਿਰ ਜਦ ਰਾਤ ਹੁੰਦੀ ਅਤੇ 11-12 ਵੱਜ ਜਾਂਦੇ, ਬੜੇ ਧੱਕੇ ਦੇ ਨਾਲ ਦੁਕਾਨ ਬੰਦ ਕਰੀਦੀ ਆ। ਕਹਿੰਦੇ ਵੀ ਜਦੋਂ ਉਹਨਾਂ ਪਰਿਵਾਰ ਨੇ ਸਾਰੀ ਹਕੀਕਤ ਦੱਸੀ ਕਿ ਸਾਡੀ ਇੰਨੀ ਭਾਰੀ ਸੇਲ ਆ, ਕਿਉਂਕਿ ਸਾਡੇ ਪਾਸ ਕਰਿਆਨਾ ਸਟੋਰ ਹੈਗਾ ਅਤੇ ਥੋਕਦੇ ਅਸੀਂ ਵਪਾਰੀ ਹਾਂ। ਫਿਰ ਮਹਾਤਮਾ ਕਹਿਣ ਲੱਗੇ ਕਿ ਤੁਹਾਡੇ ਪਾਸ ਇੰਨੀ ਇਨਕਮ ਦਾ ਸਾਧਨ ਵਾ ਅਤੇ ਇੰਨਾ ਤੁਹਾਡਾ ਦੁਕਾਨ ਦੇ ਉੱਤੇ ਸਮਾਨ ਵਿਕਦਾ ਆਉਂਦਾ ਜਾਂਦਾ ਸਾਰਾ ਕੁਛ ਵਾ, ਅਤੇ ਕਈ ਨੌਕਰ ਚਾਕਰ ਵੀ ਲੱਗੇ ਹੋ ਆ, ਅਤੇ ਤੁਹਾਨੂੰ ਇੰਨੀ ਇਨਕਮ ਹੈਗੀ ਆ। ਫਿਰ ਕਹਿੰਦੇ ਸਾਨੂੰ ਇਹ ਦੱਸੋ ਵੀ ਤੁਹਾਨੂੰ ਕਿੰਨੀ ਕੁ ਰੋਜ਼ ਦੀ ਕਮਾਈ ਆ। ਫਿਰ ਕਹਿੰਦੇ ਸੱਜਣ ਸਾਨੂੰ ਕਹਿਣ ਲੱਗੇ ਸਾਨੂੰ ਬਹੁਤ ਕਮਾਈ ਆ। ਫਿਰ ਵੀ ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਤਾਂ ਸਹੀ ਕਿੰਨੀ ਆ। ਫਿਰ ਕਹਿੰਦੇ ਵੀ ਸਾਡਾ ਜ਼ਿਆਦਾ ਜ਼ੋਰ ਦੇਣ 'ਤੇ ਕਹਿਣ ਲੱਗੇ ਵੀ ਜ਼ਿਆਦਾ ਨਹੀਂ, ਯਾਨੀ ਲੱਖ ਰੁਪਈਆ ਰੋਜ਼ ਦਾ ਤਾਂ ਸਾਡਾ ਉਹਦੇ ਦੁਕਾਨ ਦੇ ਵਿੱਚੋਂ ਸਾਨੂੰ ਬਚਦਾ ਹੀ ਬਚਦਾ। ਫਿਰ ਕਹਿੰਦੇ ਅਸੀਂ ਚੁੱਪ ਕਰ ਗਏ। ਅਸੀਂ ਕਿਹਾ ਕਿ ਅਗਰ ਤੁਹਾਨੂੰ ਲੱਖ ਰੁਪਈਆ ਬਚਦਾ ਤਾਂ ਫਿਰ ਤੁਸੀਂ ਦਸਵੰਧ ਕਿੰਨਾ ਕੱਢਦੇ ਆ। ਫਿਰ ਕਹਿੰਦਾ ਪਰਿਵਾਰ ਜਿਹੜਾ ਸੀ ਚੁੱਪ ਕਰ ਗਿਆ। ਪਰ ਫਿਰ ਵੀ ਕਹਿੰਦੇ ਵੀ ਉਹਦੇ ਜਿਹੜੇ ਬਜ਼ੁਰਗ ਸੀਗੇ, ਉਹਨਾਂ ਦੀ ਇੱਕ ਲੇਡੀ ਮਾਤਾ ਜੀ ਕਹਿੰਦੇ ਸਾਨੂੰ ਕਹਿਣ ਲੱਗੀ ਵੀ ਮੈਂ ਹੈ ਨਾ 600 ਰੁਪਈਆ ਮਹੀਨੇ ਦਾ ਕੱਢਦੀ ਹਾਂ, 200 ਉੱਧਰ ਦਾਨ ਦਿੰਦੀ ਹਾਂ, 300 ਇੱਧਰ ਦਿੰਦੀ ਹਾਂ, ਕਰਾ ਕੇ ਕਹਿੰਦੀ ਵੀ ਅਸੀਂ ਇੰਨਾ ਦਸਵੰਧ ਡੇਲੀ ਕੱਢਦੇ ਹਾਂ। ਕਹਿੰਦੇ ਮੈਂ ਕਿਹਾ ਵੀ ਤੁਸੀਂ ਇਹ ਦੱਸੋ ਵੀ ਤੁਸੀਂ ਦਸਵੰਧ ਕੱਢਦੇ ਆ ਕਿ ਗੁਰੂ ਦੇ ਨਾਲ ਧੋਖਾ ਕਰਦੇ ਆ। ਦੇਖੋ ਇਨਕਮ ਤੁਹਾਡੀ ਰੋਜ਼ ਦੀ 1 ਲੱਖ ਰੁਪਈਆ, ਦਸਵੰਧ ਬਣਦਾ 10,000, ਤੁਸੀਂ ਦਿੰਦੇ 600 ਰੁਪਈਆ ਅਤੇ ਬਾਕੀ ਪੈਸੇ। ਫਿਰ ਕਹਿੰਦੇ ਜਦ ਇੰਨੀ ਗੱਲ ਹੋਈ, ਉਹ ਸਾਰਾ ਟੱਬਰ ਜਿਹੜਾ ਸੀ ਚੁੱਪ ਕਰ ਗਿਆ। ਕਹਿੰਦੇ ਫਿਰ ਅਸੀਂ ਉਹਨਾਂ ਨੇ ਆਖਿਆ, ਅਸੀਂ ਕਿਹਾ ਵੀ ਦੇਖੋ ਤੁਸੀਂ ਜਿਹੜਾ ਦਸਵੰਧ ਨਹੀਂ ਕੱਢਦੇ ਹੈ ਨਾ, ਇਹ ਹੁਣ ਦਸਵੰਧ ਜਿਹੜਾ ਇਸੇ ਬਿਮਾਰੀ ਦੇ ਰੂਪ ਦੇ ਵਿੱਚ ਇਸ ਸੱਜਣ ਦੇ ਉੱਤੇ ਖਰਚ ਹੁੰਦਾ ਹੈਗਾ। ਕਹਿੰਦੇ ਅਸੀਂ ਉਹਨੂੰ ਦੱਸਿਆ ਵੀ ਦੱਸੋ ਤੁਹਾਡਾ ਕਿੰਨਾ ਖਰਚਾ ਹੋਇਆ ਇਸ ਬਿਮਾਰੀ ਦੇ ਉੱਤੇ ਇਲਾਜ ਕਰਦੇ ਹਾਂ। ਫਿਰ ਕਹਿੰਦਾ ਪਰਿਵਾਰ ਕਹਿਣ ਲੱਗੇ ਜੇ ਅਸੀਂ ਤੁਹਾਨੂੰ ਕੀ ਦੱਸੀਏ, ਬਹੁਤ ਰੁਪਈਆ ਲੱਗ ਗਿਆ। ਜਦ ਕਹਿੰਦੇ ਵੀ ਇੰਨੀ ਗੱਲ ਹੋਈ, ਅਸੀਂ ਕਿਹਾ ਫਿਰ ਵੀ ਦੱਸੋ। ਉਹ ਕਹਿੰਦੇ ਵੀ ਘੱਟੋ ਘੱਟ ਨਹੀਂ ਤਾਂ 70-80 ਲੱਖ ਰੁਪਈਆ ਸਾਡਾ ਖਰਚ ਹੋ ਚੁੱਕਾ, ਪਰ ਇੱਕ ਨਿੱਕੇ ਪੈਸੇ ਦਾ ਆਰਾਮ ਨਹੀਂ ਆਇਆ ਹੈਗਾ। ਕਹਿੰਦੇ ਅਸੀਂ ਕਿਹਾ ਗੱਲ ਉਹੀ ਗੱਲ ਹੈ ਨਾ, ਅਗਰ ਤੁਸੀਂ ਸਹੀ ਦਸਵੰਧ ਕੱਢਦੇ ਤਾਂ ਫਿਰ ਸੱਜਣ ਬਿਮਾਰ ਹੀ ਨਹੀਂ ਹੁੰਦੇ। ਇਸ ਕਰਕੇ ਟਾਈਮ ਨਾਲ ਕੱਢਿਆ ਹੋਇਆ ਦਸਵੰਧ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਦਾ ਹੈਗਾ। ਫਿਰ ਕਹਿੰਦੇ ਵੀ ਉਹ ਜਿਹੜਾ ਟੱਬਰ ਸੀਗਾ ਉਹਨੂੰ ਕਹਿੰਦੇ ਫਿਰ ਸਾਰੀ ਗੱਲ ਸਮਝ ਆ ਗਈ। ਅਖੀਰ ਫਿਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਦੇਖੋ ਜੋ ਪਿੱਛੇ ਜੋ ਹੋਇਆ ਸੋ ਹੋਇਆ, ਪਰ ਹੁਣ ਤੁਸੀਂ ਇੱਕ ਨੇਮ ਬਣਾ ਲਓ ਬਈ ਜਿੰਨੀ ਵੀ ਤੁਹਾਨੂੰ ਇਨਕਮ ਰੋਜ਼ ਦੀ ਹੋਊਗੀ ਹੈ ਨਾ, ਉਹਦਾ ਦਸਵੰਧ ਰੋਜ਼ ਦਾ ਰੋਜ਼ ਕੱਢੋ। ਇਹ ਜਿਹੜਾ ਰੋਜ਼ ਦਾ ਕੱਢਿਆ ਹੋਇਆ ਦਸਵੰਧ ਵਾ ਹੈ ਨਾ, ਕਹਿੰਦੇ ਵੀ ਇਹ ਤੁਹਾਡੀ ਜ਼ਿੰਦਗੀ ਨੂੰ ਚੜ੍ਹਦੀ ਕਲਾ 'ਚ ਰੱਖ ਦੇਊਗਾ। ਫਿਰ ਕਹਿੰਦੇ ਵੀ ਉਸ ਪਰਿਵਾਰ ਨੇ ਹਾਮੀ ਭਰੀ। ਉਹ ਕਹਿਣ ਲੱਗੇ ਕਿ ਇੱਕ ਵਾਰੀ ਸਾਡੇ ਸੱਜਣ ਜਿਹੜੇ ਆ ਇਹ ਬਿਲਕੁਲ ਠੀਕ ਹੋ ਜਾਣ, ਅਤੇ ਜਦੋਂ ਇਹ ਠੀਕ ਹੋ ਜਾਣਗੇ ਹੈ ਨਾ ਤਾਂ ਅਸੀਂ ਡੇਲੀ ਦਸਵੰਧ ਕੱਢਾਂਗੇ। ਅਸੀਂ ਕਿਹਾ ਠੀਕ ਹੋਣ ਵਾਲੀ ਕਿਹੜੀ ਗੱਲ ਹੈ, ਦਸਵੰਧ ਕੱਢਣਾ ਸ਼ੁਰੂ ਕਰੇ ਨਹੀਂ ਨਾਲੇ ਠੀਕ ਹੋਣ ਲੱਗ ਪੈਣਾ। ਗੁਰੂ ਸਾਹਿਬ ਦੀ ਪ੍ਰਸੰਨਤਾ ਤਾਂ ਤੁਹਾਨੂੰ ਨਾਲੇ ਪ੍ਰਾਪਤ ਹੋਣ ਸ਼ੁਰੂ ਹੋ ਜਾਣੀ ਆ। ਫਿਰ ਕਹਿੰਦੇ ਵੀ ਉਹ ਸਾਰੇ ਟੱਬਰ ਨੇ ਜਿਹੜਾ ਸੀਗਾ ਕਿਹਾ ਕਿ ਅਸੀਂ ਡੇਲੀ ਜਿੰਨਾ ਵੀ ਹੋਊਗਾ ਹੈ ਨਾ ਸਾਡੀ ਇਨਕਮ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਉਹ ਅਸੀਂ ਦਸਵੰਧ ਕੱਢਾਂਗੇ। ਫਿਰ ਕਹਿੰਦੇ ਜਦੋਂ ਉਹਨਾਂ ਨੇ ਇਹ ਗੱਲ ਕੀਤੀ, ਫਿਰ ਅਸੀਂ ਪਰਿਵਾਰ ਨੂੰ ਕਿਹਾ ਸੀ ਕਿ ਵੀ ਇਸ ਤਰ੍ਹਾਂ ਕਰਨਾ ਹੈਗਾ, ਅਸੀਂ ਤੁਹਾਨੂੰ ਇੱਕ ਨੇਮ ਦਿੰਦੇ ਸ਼ਬਦ ਦਾ। ਅੰਮ੍ਰਿਤ ਵੇਲੇ ਉੱਠ ਕੇ ਸਾਰੇ ਪਰਿਵਾਰ ਨੇ ਇਸ਼ਨਾਨ ਕਰਕੇ
ਉਹ ਜਿਹੜਾ ਨੇਮ ਆ ਗੁਰਬਾਣੀ ਦੇ ਮੰਤਰ ਦਾ, ਸ਼ਬਦ ਦਾ, ਉਹ ਰੋਜ਼ ਕਰਨਾ ਹੈਗਾ। ਉਸ ਤੋਂ ਬਾਅਦ ਕਹਿੰਦੇ ਸਾਰੇ ਟੱਬਰ ਨੇ ਹਾਮੀ ਭਰੀ। ਸੋ ਕਹਿਣ ਤੋਂ ਭਾਵ ਇਹ ਆ, ਕਹਿੰਦੇ ਮਹਾਂਪੁਰਖ ਕਹਿੰਦੇ ਵੀ ਅਸੀਂ ਜੋ ਉਹਨਾਂ ਨੂੰ ਨੇਮ ਦਿੱਤਾ ਸੀ, ਸਾਰੇ ਪਰਿਵਾਰ ਨੇ ਅੰਮ੍ਰਿਤ ਵੇਲੇ ਉੱਠ ਕੇ ਖਾਸ ਕਰਕੇ ਉਹ ਨੇਮ ਦਾ ਪਾਠ ਕਰਨਾ ਸ਼ੁਰੂ ਕਰਤਾ। ਜਦ ਪਾਠ ਕਰਨਾ ਸ਼ੁਰੂ ਕੀਤਾ ਤਾਂ ਕਹਿੰਦੇ ਵੀ ਅਸੀਂ ਉਸ ਘਰ ਤੋਂ ਵਾਪਸ ਆ ਗਏ। ਕਹਿੰਦੇ ਵੀ ਤਕਰੀਬਨ ਇਸ ਗੱਲ ਨੂੰ 2 ਕੁ ਮਹੀਨੇ ਗੁਜ਼ਰੇ। 2 ਕੁ ਮਹੀਨਿਆਂ ਬਾਅਦ ਕਹਿੰਦੇ ਵੀ ਉਸ ਪਰਿਵਾਰ ਦੀ ਇੱਕ ਲੇਡੀ ਦਾ ਸਾਨੂੰ ਫੋਨ ਆਇਆ ਅਤੇ ਕਹਿੰਦੇ ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ 1 ਮਹੀਨਾ ਹੋ ਗਿਆ ਫੋਨ ਦੀ ਟਰਾਈ ਮਾਰਦੀ ਹਾਂ, ਪਰ ਮੇਰਾ ਫੋਨ ਤੁਹਾਡੇ ਨਾਲ ਰਲਿਆ ਨਹੀਂ, ਤੁਸੀਂ ਚੱਕਿਆ ਨਹੀਂ ਹੈਗਾ, ਅਤੇ ਅੱਜ ਮੇਰਾ ਫੋਨ ਮਿਲਿਆ ਹੈਗਾ ਅਤੇ ਮੈਂ ਤੁਹਾਡੇ ਨਾਲ ਕੋਈ ਖਾਸ ਗੱਲ ਕਰਨੀ ਹੈ। ਕਹਿੰਦੇ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਬੋਲਦੇ? ਕਹਿੰਦੇ ਵੀ ਅਸੀਂ ਉਹੀ ਪਰਿਵਾਰ ਆ ਜਿਨ੍ਹਾਂ ਦੇ ਘਰ ਤੁਸੀਂ ਆਏ ਸੀ, ਅਤੇ ਜਿਨ੍ਹਾਂ ਦੇ ਘਰ ਦੇ ਜਿਹੜੇ ਮੇਨ ਸੱਜਣ ਸੀ ਉਹ ਇਸ ਬਿਮਾਰੀ ਦੇ ਨਾਲ ਉਹ ਪੂਰੀ ਤਰ੍ਹਾਂ ਜਕੜੇ ਪਏ ਸੀ। ਫਿਰ ਮਹਾਂਪੁਰਖ ਕਹਿੰਦੇ ਸਾਨੂੰ ਯਾਦ ਹੈ ਕਿ ਕਹਿੰਦੇ ਅਸੀਂ ਕਿਹਾ ਦੱਸੋ ਹੁਣ ਉਹਨਾਂ ਦਾ ਕੀ ਹਾਲ ਆ, ਤੁਹਾਡਾ ਨੇਮ ਕਿਹੋ ਜਿਹਾ ਚੱਲ ਰਿਹਾ? ਕਹਿੰਦੇ ਉਹ ਪਰਿਵਾਰ ਦੀ ਲੇਡੀ ਜਿਹੜੀ ਸੀ ਹੈ ਨਾ, ਉਹ ਕਹਿੰਦੇ ਵੀ ਉਹ ਇੰਨੀ ਖੁਸ਼ੀ ਦੇ ਵਿੱਚ ਬੋਲੀ ਕਿ ਉਹ ਤੋਂ ਬੋਲ ਨਹੀਂ ਸੀ ਹੁੰਦਾ। ਉਹ ਕਹਿਣ ਲੱਗੀ ਮੈਂ ਤੁਹਾਨੂੰ ਕੀ ਦੱਸਾਂ ਕਿ ਲੱਖਾਂ ਰੁਪਈਆ ਖਰਚ ਕੇ ਵੀ ਡਾਕਟਰਾਂ ਦੀ ਦਵਾਈਆਂ ਦੇ ਨਾਲ ਕਹਿੰਦੇ ਵੀ ਜਿਸ ਨੂੰ ਆਰਾਮ ਨਹੀਂ ਆਇਆ ਹਨ, ਕਹਿੰਦੇ ਵੀ ਮੇਰੇ ਜਿਹੜੇ ਘਰ ਦੇ ਪਤੀ ਹੈਗੇ ਆ, ਜਿਹੜੇ ਕਿਸੇ ਟਾਈਮ 18-18 ਘੰਟੇ ਖੜ੍ਹ ਕੇ ਦੁਕਾਨ 'ਤੇ ਕੰਮ ਕਰਦੇ ਹੁੰਦੇ ਸੀ, ਸੌਦਾ ਦਿੰਦੇ ਹੁੰਦੇ ਸੀ, ਲੇਕਿਨ ਉਸ ਤੋਂ ਬਾਅਦ ਬਿਮਾਰੀ ਨਾਲ ਜਕੜ ਕੇ ਮੰਜੇ ਤੋਂ ਉੱਠ ਨਹੀਂ ਸੀ ਸਕਦੇ। ਅਤੇ ਹੁਣ ਕਹਿੰਦੇ ਵੀ ਮਹੀਨੇ ਦੇ ਬਾਅਦ ਇੱਕ ਐਸਾ ਚਮਤਕਾਰ ਹੋਇਆ ਹੈਗਾ ਕਿ ਮਹੀਨੇ ਦੇ ਬਾਅਦ ਹੁਣ ਮੇਰੇ ਘਰ ਵਾਲੇ ਪੂਰੀ ਤਰ੍ਹਾਂ ਇਸ ਬਿਮਾਰੀ ਤੋਂ ਮੁਕਤ ਹੋ ਗਏ ਆ। ਹੁਣ ਦੁਕਾਨ 'ਤੇ ਜਾਂਦੇ ਆ, ਦੁਕਾਨ 'ਤੇ ਜਾ ਕੇ ਅਤੇ ਦਿਨੇ 5-7 ਘੰਟੇ ਗਾਹਕਾਂ ਨੂੰ ਅਟੈਂਡ ਕਰਦੇ, ਸਮਾਨ ਦਿੰਦੇ ਅਤੇ ਘਰ ਆ ਜਾਂਦੇ ਆ। 1 ਮਹੀਨੇ ਦੇ ਵਿੱਚ ਹੀ ਇਹ ਸਾਰਾ ਕੁਛ ਕਿਵੇਂ ਜਿਹੜੀ ਚੀਜ਼ ਅਸੰਭਵ ਲੱਗਦੀ ਸੀ ਉਹ ਸੰਭਵ ਹੋ ਗਈ ਆ। ਇਹ ਤਾਂ ਕੇਵਲ ਗੁਰੂ ਘਰ ਦੀ ਜਿਹੜੀ ਗੁਰਬਾਣੀ ਆ ਇਹਦੀ ਹੀ ਜਾਰੀ ਕਰਾਮਾਤ ਹੈਗੀ ਆ। ਜਦੋਂ ਕਹਿੰਦੇ ਫਿਰ ਹੋਇਆ ਸੀ ਤਾਂ ਫਿਰ ਮਹਾਂਪੁਰਖ ਕਹਿੰਦੇ ਵੀ ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ, ਅਤੇ ਕਹਿੰਦੇ ਫਿਰ ਅਸੀਂ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸ਼ੁਕਰੀਆ ਕੀਤਾ ਕਿ ਸੱਚੇ ਪਾਤਸ਼ਾਹ ਕਿ ਜਿਸ ਨੂੰ ਵੀ ਤੂੰ ਮਾਰ ਦਿਖਾ ਦੇਵੇਂ ਨਾ, ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਉਸ ਪਰਿਵਾਰ ਦੇ ਨਾਲ ਇਸ ਤਰ੍ਹਾਂ ਹੋ ਗਈ ਆ। ਫਿਰ ਕਹਿੰਦੇ ਵੀ ਉਹ ਪਰਿਵਾਰ ਦੱਸਦਾ ਹੈਗਾ ਕਿ ਇਹ ਜਿਹੜਾ ਤੁਸੀਂ ਨੇਮ ਦਿੱਤਾ ਸੀਗਾ, ਇਹ ਹੁਣ ਨੇਮ ਅਸੀਂ ਸਾਰਾ ਪਰਿਵਾਰ ਆਖਰੀ ਸਵਾਸਾਂ ਤੱਕ ਨਿਭਾਵਾਂਗੇ ਤਾਂ ਜੋ ਸਾਡੇ ਪਰਿਵਾਰ ਦੀ ਚੜ੍ਹਦੀ ਕਲਾ ਰਹੇ। ਅਤੇ ਇਹ ਨੇਮ ਜਿਹੜਾ ਹੈ ਨਾ ਹੁਣ ਅਸੀਂ ਪੀੜ੍ਹੀ ਦਰ ਪੀੜ੍ਹੀ ਕਦੀ ਛੱਡਾਂਗੇ ਨਹੀਂ। ਅੰਮ੍ਰਿਤ ਵੇਲਾ ਅਸੀਂ ਕਦੀ ਨਹੀਂ ਗਵਾਵਾਂਗੇ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਅਤੇ ਇਸ ਨੇਮ ਦੇ ਵਿੱਚ ਜਿਹੜਾ ਤੁਸੀਂ ਜਾਪ ਦੱਸਿਆ ਗੁਰਬਾਣੀ ਦਾ, ਇਸ ਜਾਪ ਨੂੰ ਅਸੀਂ ਪੂਰਾ ਸਾਰੀ ਉਮਰ ਕਰਦੇ ਰਹਾਂਗੇ ਅਤੇ ਇਹਦੇ ਨਾਲ ਹੋਰ ਬਾਣੀਆਂ ਵੀ ਪੜ੍ਹਾਂਗੇ। ਸੋ ਕਹਿਣ ਤੋਂ ਭਾਵ ਇਹ ਆ ਕਿ ਉਸ ਤੋਂ ਬਾਅਦ ਉਹ ਜਿਹੜਾ ਪਰਿਵਾਰ ਸੀ ਪੂਰੀ ਤਰ੍ਹਾਂ ਸਿੱਖੀ ਦੇ ਨਾਲ ਜੁੜ ਗਿਆ ਸੀਗਾ। ਸੋ ਇਹ ਹੈ ਦਸਵੰਧ ਦੀ ਕਰਾਮਾਤ ਕਿ ਜਿਹੜੇ ਦਸਵੰਧ ਨਹੀਂ ਕੱਢਦੇ, ਪਰ ਭੀੜ ਪੈਣ ਦੇ ਉੱਤੇ ਜਦੋਂ ਦਸਵੰਧ ਨਾ ਕੱਢਣ ਦੀ ਗਲਤੀ ਉਹਨਾਂ ਨੂੰ ਪਤਾ ਲੱਗਦੀ ਆ, ਪਰ ਅਗਰ ਉਹ ਸੱਜਣ ਉਸ ਟਾਈਮ ਇਸ ਗਲਤੀ ਨੂੰ ਸੁਧਾਰ ਦਿੰਦੇ ਆ ਨਾ, ਤਾਂ ਫਿਰ ਮੁੜ ਕੇ ਫਿਰ ਉਹਨਾਂ ਦੀ ਚੜ੍ਹਦੀ ਕਲਾ ਹੋ ਜਾਂਦੀ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਬੀਰ ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ, ਅਮਰਾਪੁਰ ਵਾਸਾ ਕਰੇ ਹਰ ਗਿਆ ਬਹੋਰੇ ਬਿਤ। ਕਿ ਜਿਹੜੀ ਚੀਜ਼ ਤੁਹਾਡੇ ਤੋਂ ਖੁਸ਼ੀ ਚਲੇ ਗਈ ਹੈ ਨਾ, ਉਹ ਫਿਰ ਤੁਹਾਨੂੰ ਵਾਪਸ ਮਿਲ ਜਾਂਦੀ ਆ। ਕਿਵੇਂ? ਜਦੋਂ ਅਸੀਂ ਫਿਰ ਨਾਮ ਭਜਨ ਸਿਮਰਨ ਕਰਦੇ ਹਾਂ, ਗੁਰੂ ਦੇ ਨਾਲ ਜੁੜਦੇ ਹਾਂ ਅਤੇ ਉਹਦੀ ਸ਼ਰਨਾਗਤ ਹੋ ਜਾਂਦੇ ਹਾਂ। ਸੋ ਦੱਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।